गुड मॉर्निंग स्टूडेंट्स। सो लास्ट वीडियो ਦੇ ਵਿੱਚ ਆਪਾਂ ਕੀਤਾ ਸੀ ਫਲੈਕਸੀਬਿਲਿਟੀ ਆਫ ਇੰਟਰਸਟ ਔਰ ਸੇਜ਼ ਲॉ है ना। सो नैक्सट वी हैव फ्लैक्सीबिलिटी ऑफ प्राइसिस। सो ਜਦੋਂ ਇਕਲਿਬਰੀਅਮ ਹੁੰਦਾ ਹੈ ਮਨੀ ਮਾਰਕੀਟ ਦੇ ਵਿੱਚ, ਮਨੀ ਮਾਰਕੀਟ 'ਚ ਇਕਲਿਬਰੀਅਮ ਕਦੋਂ ਹੋ ਸਕਦਾ ਹੈ? ਜਦੋਂ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਹੈ ਜਿਹੜੀ ਉਹ ਇਕੁਅਲ ਹੋਊਗੀ। ਠੀਕ ਹੈ। ਸੋ ਹੇਅਰ ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ MV, M ਸਪਲਾਈ ਆਫ ਮਨੀ, V ਵੈਲੋਸਿਟੀ ਆਫ ਸਰਕੂਲੇਸ਼ਨ ਆਫ ਮਨੀ, ਕਿ ਕਿੰਨੀ ਜਲਦੀ ਪੈਸਾ ਹੈ ਜਿਹੜਾ ਉਹ ਹੱਥ ਬਦਲਦਾ ਹੈ। ਵੈਰੀ ਪੰਜਾਬੀ ਦੇ ਵਿੱਚ ਵੈਲੋਸਿਟੀ ਆਫ ਸਰਕੂਲੇਸ਼ਨ ਦਾ ਮਤਲਬ ਹੈ, ਦੇਖੋ ਬੇਟਾ, ਜੇ ਪੈਸਾ ਇੱਕ ਹੱਥ ਦੇ ਵਿੱਚ ਰਹੂਗਾ ਮਾਰਕੀਟ ਕ੍ਰੀਏਟ ਨਹੀਂ ਹੋ ਸਕਦੀ। ਜਿੰਨਾ ਜ਼ਿਆਦਾ ਪੈਸੇ ਦੀ ਸਰਕੂਲੇਸ਼ਨ ਹੋਊਗੀ, ਜਿੰਨਾ ਜ਼ਿਆਦਾ ਅਸੀਂ ਬਾਜ਼ਾਰਾਂ ਦੇ ਵਿੱਚ ਜਾਵਾਂਗੇ, ਜਿੰਨਾ ਜ਼ਿਆਦਾ ਸਾਡਾ ਕੰਜ਼ੰਪਸ਼ਨ ਐਕਸਪੈਂਡੀਚਰ ਹੋਊਗਾ, ਮਾਰਕੀਟ ਉਨੀ ਹੀ ਚੱਲੂਗੀ। ਠੀਕ ਹੈ ਨਾ। ਜਿੰਨਾ ਅਸੀਂ ਪੈਸੇ ਨੂੰ ਇੱਕ ਜਗ੍ਹਾ ਦੇ ਉੱਤੇ ਕੌਨਸਨਟਰੇਟ ਕਰਕੇ ਰੱਖ ਲਾਂਗੇ, ਉਨੀ ਹੀ ਚੀਜ਼ ਹੈ ਜਿਹੜੀ ਉਹ ਮਾਰਕੀਟਸ ਨੇ ਜਿਹੜੀਆਂ ਉਹ ਚੱਲਣਗੀਆਂ ਨਹੀਂ। ਦੇਖੋ ਇਹ ਸੇਮ, ਹਰੇਕ ਚੀਜ਼ ਦਾ ਸੇਮ ਹੀ ਚੀਜ਼ ਹੈ। ਜੇ ਤੁਸੀਂ ਆਪਣੇ ਦਿਮਾਗ ਨੂੰ ਵਰਤੋਗੇ ਨਹੀਂ, ਜਿੰਨਾ ਉਹਨੂੰ ਯੂਜ਼ ਕਰੋਗੇ, ਜਿੰਨਾ ਐਕਸਪਲੋਰ ਕਰੋਗੇ, ਜਿੰਨੇ ਕੁਐਸਚਨ ਮਾਰਕ ਤੁਹਾਡੇ ਮਾਈਂਡ ਦੇ ਵਿੱਚ ਹੋਣਗੇ, ਉਹਨਾਂ ਤੁਸੀਂ ਚੀਜ਼ ਨੂੰ ਕੁਰੇਦਦੇ ਹੋ, ਉਹਨਾਂ ਤੁਸੀਂ ਉਹਦੀ ਡੈਪਥ ਦੇ ਵਿੱਚ ਜਾਂਦੇ ਹੋ। ਸਿਮਿਲਰਲੀ ਮਨੀ ਦੀ ਵੀ ਹੈ ਵੈਲੋਸਿਟੀ ਆਫ ਸਰਕੂਲੇਸ਼ਨ ਆਫ ਮਨੀ। ਜਿੰਨਾ ਮਨੀ ਸਰਕੂਲੇਟ ਕਰੂਗੀ, ਜਿੰਨਾ ਮਨੀ ਹੈਂਡਸ ਜਿਹੜੇ ਨੇ ਉਹ ਚੇਂਜ ਕਰੂਗੀ, ਉਨਾ ਹੀ ਜਿਹੜਾ ਮਨੀ ਹੈ ਮਾਰਕੀਟਸ ਨੇ ਉਹ ਚੱਲਣਗੀਆਂ। AS aggregate supply ਕਿਹਦੇ ਬਰਾਬਰ ਹੈ? PT। it means whenever we are talking about AD and AS in a context of flexibility of prices, we are talking about MV is equal to PT। M supply of money, V velocity of circulation of money, P price level and T is the trade transactions। ਕਿੰਨੀਆਂ ਚੀਜ਼ਾਂ ਦਾ ਲੈਣ ਦੇਣ ਹੋ ਰਿਹਾ ਹੈ, ਜਿੰਨੀਆਂ ਚੀਜ਼ਾਂ into their price, that is ਐਗਰੀਗੇਟ ਸਪਲਾਈ। ਸੋ ਜਦੋਂ ਇਕਲਿਬਰੀਅਮ ਹੋਊਗਾ ਉਦੋਂ MV ਤੇ PT ਬਰਾਬਰ ਹੋਣਗੀਆਂ, ਮਤਲਬ AD ਤੇ AS ਬਰਾਬਰ ਹੋਣਗੀਆਂ। ਜੇ ਅਸੀਂ V ਤੇ T ਵੈਲੋਸਿਟੀ ਆਫ ਸਰਕੂਲੇਸ਼ਨ ਤੇ ਟ੍ਰੇਡ ਟ੍ਰਾਂਜੈਕਸ਼ਨਸ ਨੂੰ ਕੌਂਸਟੈਂਟ ਮੰਨ ਲਈਏ, ਤਾਂ ਪ੍ਰਾਈਸ ਦੇ ਵਿੱਚ ਜਿੰਨੀਆਂ ਚੇਂਜਸ ਹੁੰਦੀਆਂ ਨੇ, ਦੇ ਆਰ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਚੇਂਜਸ ਇਨ ਦਾ ਕੁਆਂਟਿਟੀ ਆਫ ਮਨੀ। ਮਤਲਬ ਜਿਵੇਂ ਹੀ ਪ੍ਰਾਈਸ ਬਦਲੂਗਾ ਉਵੇਂ ਹੀ ਕੁਆਂਟਿਟੀ ਆਫ ਮਨੀ ਵੀ ਬਦਲੂਗੀ। means price will be a function of, direct function of money wages। so AS aggregate supply curve है, vertical है। vertical ਦਾ ਮਤਲਬ ਸਿੱਧੀ ਲਾਈਨ ਸ਼ੋ ਹੋ ਰਹੀ ਹੈ ਨਾ, OY ਦੇ ਪੈਰਲਲ ਦਿਖ ਰਹੀ ਹੈ ਨਾ। ਸੋ ਇਹ ਜਿਹੜੀ ਡਾਇਰੈਕਟ ਵਰਟੀਕਲ ਲਾਈਨ ਹੈ ਕੀ ਸ਼ੋ ਕਰ ਰਹੀ ਹੈ? ਫੁੱਲ ਇੰਪਲੋਇਮੈਂਟ ਸਿਚੁਏਸ਼ਨ ਇਨ ਐਨ ਇਕੋਨਮੀ, ਕਿ ਜਿਹੜਾ OQ ਲੈਵਲ ਹੈ, ਇੱਥੇ ਤੱਕ ਹੀ ਅਸੀਂ ਜਿਹੜੀ ਪ੍ਰੋਡਕਸ਼ਨ ਹੈ ਉਹ ਕਰ ਸਕਦੇ ਹਾਂ, OQ ਤੋਂ ਵੱਧ ਅਸੀਂ ਨਹੀਂ ਕਰ ਸਕਦੇ। ਠੀਕ ਹੈ। ਹੁਣ AD AS ਨੂੰ E ਪੁਆਇੰਟ ਦੇ ਉੱਤੇ ਕੱਟ ਕਰ ਰਹੀ ਹੈ। ਉਹ E ਪੁਆਇੰਟ 'ਤੇ ਜਦੋਂ ਉਹ ਕੱਟ ਕਰ ਰਹੀ ਹੈ ਤਾਂ ਮੇਰੇ ਕੋਲ OP ਪ੍ਰਾਈਸ ਹੈ ਤੇ OQ ਕੁਆਂਟਿਟੀ ਆਫ ਗੁੱਡਸ ਨੇ ਜਿਹੜੀਆਂ ਉਹ ਪ੍ਰੋਡਿਊਸ ਹੋ ਰਹੀਆਂ ਨੇ। ਠੀਕ ਹੈ। ਇਫ ਡਿਊ ਟੂ ਫਾਲ ਇਨ ਮਨੀ, ਜੇ ਮੰਨ ਲਓ ਮਨੀ ਘਟ ਜੇ, AD2 ਬਣ ਜੂਗੀ, ਥੱਲੇ ਆ ਜੂਗੀ ਕਰਵ, ਦੈਨ ਦ ਫਰਮ ਵਿਲ ਰਿਡਿਊਸ ਸਪਲਾਈ OQ1। ਤਾਂ ਜਿਹੜੀ ਸਪਲਾਈ ਹੈ ਉਹ ਘਟ ਕੇ OQ1 ਹੋ ਜੂਗੀ, ਮਤਲਬ ਇੰਪਲੋਇਮੈਂਟ ਫਾਲ ਕਰ ਜੂਗੀ, ਪ੍ਰਾਈਸਿਸ ਵੀ ਫਾਲ ਕਰ ਜਾਣਗੇ। ਇਸ ਚੀਜ਼ ਨੂੰ ਜਿਹੜਾ ਹੈ ਅਸੀਂ ਸ਼ੋ ਕੀਤਾ ਹੈ ਦੈਟ OP3 ਦੇ ਉੱਤੇ। ਠੀਕ ਹੈ। ਹੁਣ OP3 ਤੇ ਜਦੋਂ ਪ੍ਰਾਈਸ ਫਾਲ ਕਰੂਗਾ ਤਾਂ ਆਪਣੇ ਆਪ ਗ੍ਰੈਜੂਅਲੀ ਪ੍ਰਾਈਸ ਨੂੰ ਇਨਕਰੀਜ਼ ਕਰਕੇ OP ਦੇ ਉੱਤੇ ਜਾਣਾ ਪਊਗਾ ਤਾਂ ਕਿ ਇਕਲਿਬਰੀਅਮ ਮੇਨਟੇਨ ਹੋ ਸਕੇ। ਸਿਮਿਲਰਲੀ ਜੇ ਪ੍ਰਾਈਸ ਇਨਕਰੀਜ਼ ਹੋ ਕੇ ਮਨੀ ਸਪਲਾਈ ਇਨਕਰੀਜ਼ ਹੋ ਜੇ, OP2 ਦੇ ਉੱਤੇ ਚਲੀ ਜਾਵੇ, ਉਸ ਟਾਈਮ ਦੇ ਉੱਤੇ ਦੇਖੋ ਸਪਲਾਈ ਤਾਂ ਉਨੀ ਹੀ ਰਹਿਣੀ ਹੈ, OQ ਗੁੱਡਸ ਦੀ ਹੀ ਰਹਿਣੀ ਹੈ। ਸੋ ਜਦੋਂ ਹੁਣ ਇੱਥੇ ਡਿਸਇਕਲਿਬਰੀਅਮ ਆਊਗਾ ਮਨੀ ਮਾਰਕੀਟ ਦੇ ਵਿੱਚ, ਫਿਰ ਸਾਨੂੰ H ਪੁਆਇੰਟ ਤੋਂ E ਪੁਆਇੰਟ ਦੇ ਉੱਤੇ ਆਉਣਾ ਪੈਣਾ ਹੈ। H ਪੁਆਇੰਟ ਤੋਂ E ਪੁਆਇੰਟ ਦੇ ਉੱਤੇ ਸਾਡੀ ਵਾਪਸੀ ਹੈ ਜਿਹੜੀ ਉਹ ਦੁਬਾਰਾ ਹੋਊਗੀ ਤਾਂ ਕਿ ਇਕਲਿਬਰੀਅਮ ਮੇਨਟੇਨ ਹੋ ਸਕੇ। ਮਤਲਬ AD ਤੋਂ ਅਸੀਂ AD2 ਦੇ ਉੱਤੇ ਆਉਂਦੇ ਹਾਂ, ਫਾਲ ਆਫ ਮਨੀ ਹੈ। AD ਤੋਂ AD1 ਦੇ ਉੱਤੇ ਜਾਂਦੇ ਹਾਂ, ਰਾਈਜ਼ ਇਨ ਮਨੀ ਹੈ। ਚਾਹੇ ਰਾਈਜ਼ ਇਨ ਮਨੀ ਹੋ ਜਾਏ, ਚਾਹੇ ਫਾਲ ਇਨ ਮਨੀ ਹੋ ਜਾਏ, ਜਿਹੜੀ ਸਾਡੀ ਸਪਲਾਈ ਆਫ ਮਨੀ ਹੈ ਉਹ ਕੌਂਸਟੈਂਟ ਹੈ। ਦੇਖੋ ਇਕੋਨਮੀ 'ਚ ਪੈਸਾ ਤਾਂ ਉਨਾ ਹੀ ਹੈ ਨਾ,
पैसा तो नहीं घटूगा वधूगा, पैसे की जिहड़ी सर्कुलेशन है वो घटूगी या वधूगी, राइट। हुण फॉल इन मनी, डिमांड ते राइज इन मनी, AD1 या AD2 के उत्ते असीं शिफ्ट होए हाँ, तो सानू H या G पॉइंट के उत्ते जदों असीं आए हैं तो ग्रैजुअली प्राइस लैवल घटूगा वधूगा, तो सानू जिहड़ा इक्विलिब्रियम है पर कित्थे मिलना है, एट OP पॉइंट के उत्ते ही मिलूगा जदों असीं OK क्वांटिटी ऑफ गुड्स बना रहे हैं। सो इत्थे असीं की शो किया है कि अगर प्राइस OP2 होगा उन्होंने OP के उत्ते आना पऊगा, प्राइस OP3 हुंदा तां भी प्राइस नूं OP के उत्ते ही आना पऊगा, सो दैट इक्विलिब्रियम मेनटेन हो सके, ठीक है। हुण सानूं ये सारी थियरी की कहती है, इंप्लीकेशनस और इसेंस मतलब क्रक्स की है थियरी का। फस्ट है फुल इंपलॉयमेंट किसी भी कैपिटलिस्टिक इकोनॉमी का एक नॉर्मल फीचर है। सैकेंड, फुल इंपलॉयमेंट का मतलब है इनवॉलेंटरी अनएम्पलॉयमेंट नहीं होगी, ठीक है। वॉलंटैरिली कोई बंदा बेरोज़गार रह सकता है पर इनवॉलंटैरिली अनएम्पलॉयड नहीं होगा। फुल इंपलॉयमेंट के हुंदियां होया भी फ्रिक्शनल, वॉलंटरी या टैक्नीकल अनएम्पलॉयमेंट हो सकती है। थर्ड, इक्विलिब्रियम सिर्फ तो सिर्फ फुल इंपलॉयमेंट के विच ही पॉसीबल होगा, जनरल अनएम्पलॉयमेंट पॉसीबल नहीं होगा, मतलब सारे किते अनएम्पलॉयमेंट होवे ये पॉसीबिलिटी नहीं होगी। फोर्थ पॉइंट। फिफ्थ पॉइंट कहते हैं कि अगर असी मनी वेजिस घटा दिए तो रियल वेजिस भी घट जाएगियाँ, जदों रियल वेजिस घटणगे इंपलॉयमेंट इनक्रीज़ होगा तो फुल इंपलॉयमेंट सिचुएशन आ जाऊगी। इन्हां चीज़ों नूं बेटा असीं बाद च ना क्रिटिसाइज़ करांगे हुणी। सिक्स्थ पॉइंट है गवर्नमेंट है जी वो नॉन इंटरफेरेंस दैट इज़ लेजर-फेयर की पॉलिसी अडॉप्ट करूगी, मतलब सरकार किसी भी चीज़ दे विच कोई भी इंटरफेरेंस नहीं करूगी। वेजिज विल बी फ्लैक्सीबल, क्लासिकल थियरी जी है वो सेज लॉ के उत्ते बेस्ड है, मतलब जोड़ा 8th पॉइंट है वो तुहानूं की दसदा है फ्लैक्सीबिलिटी ऑफ इंटरस्ट और सेज लॉ विच मीनस डिमांड कदे भी सप्लाई तो घटूगी नहीं, इट इनक्रीजेज अलॉन्ग विद इनक्रीज इन सप्लाई, देयर फॉर नॉट बी एनी प्रॉब्लम ऑफ ओवर प्रोडक्शन एंड जनरल अनएम्पलॉयमेंट इन द लॉन्ग रन। लॉन्ग रन दे विच सानूं कदे भी ये दिक्कत नहीं आऊगी कि असीं ज़्यादा प्रोड्यूस कर लिया या जिहड़ी सारे किते बेरोज़गारी है। नैक्सट, लोग अपना सारी इनकम है जी कंजम्पशन या इन्वेस्टमेंट गुड्स के उत्ते खर्च कर देंगे ने। सेविंग तो इन्वेस्टमेंट हमेशा इक्वल होंगे, जे वो इक्वल नहीं होंगे तो रेट ऑफ इंटरस्ट इस तरीके दे नाल बदलूगा कि जड़ियाँ रेट ऑफ सेविंग तो इन्वेस्टमेंट ने वो आपस एक दूजे के बराबर हो जाएंगे। बेटा ये ना जो 7th 8th ते 10th पॉइंट है दैट इज़ अबाउट फ्लैक्सीबिलिटी ऑफ वेजिज, फ्लैक्सीबिलिटी ऑफ इंटरस्ट एंड फ्लैक्सीबिलिटी ऑफ प्राइसिस वाला पॉइंट ही है, ठीक है। तो बेसिकली होर किहड़े ने, फुल इंपलॉयमेंट नॉर्मल फीचर है, जनरल अनएम्पलॉयमेंट पॉसीबल नहीं है, फुल इंपलॉयमेंट दे विच ही सिर्फ इक्विलिब्रियम मेनटेन होगा, नॉन इंटरफेरेंस की पॉलिसी होगी, लोग कंजम्पशन तो इन्वेस्टमेंट के उत्ते ही अपना सारा पैसा खर्च करेंगे, ठीक है। सो दीज आर द इंप्लीकेशंस। सो वट यू हैव टू डू, देखो मैं दोबारा एक बार फिर तुहानूं रिमाइंड कराने कि अगर क्लासिकल थियरी पेपर दे विच आ जाती है, फर्स्टली यू विल गिव दिस इंट्रोडक्टरी पार्ट ऑफ क्लासिकल थियरी, दैन दिस 10 एजम्पशनस, उस तो बाद एजम्पशनस तो बाद एक्सप्लेनेशन ऑफ द थियरी जिन्होंने तुसी 2 पार्ट्स विच डिवाइड किया है, फ्लैक्सीबिलिटी ऑफ वेजिज, इंटरस्ट एंड प्राइसिस एंड सेज लॉ। वेजिज का अलग टॉपिक बनूगा, इंटरस्ट वाले दे विच ही सेज लॉ वाला टॉपिक इनकलूड हो गया। दैन प्राइसिस देखो आ हो गया थोड़ा वेजिज वाला, आ फ्लैक्सीबिलिटी ऑफ रेट ऑफ इंटरस्ट और सेज लॉ ऑफ मार्केट, फिर आ गया फ्लैक्सीबिलिटी ऑफ प्राइसिस, फिर आ गया इंप्लीकेशन, तो लास्ट है थोड़े कोल क्रिटिसिज्म दैट वी विल डू इन द नेक्स्ट वीडियो। टिल देन गुड बाय बच्चा, हैव अ नाइस टाइम।